वेलकम स्टूडेंट टू कॉमर्स स्टडीज़। बिजनेस स्टडी के लेक्चर में हमने कल डिस्कस किया था ऑब्जेक्टिव्स। स्टैंडिंग प्लान जो है हमारा डिस्कशन में चल रहा है, जिसमें कि ऑब्जेक्टिव हमने कल डिस्कस कर लिया था और आज हम डिस्कस करेंगे पॉलिसीज़। पॉलिसीज़ क्या होती हैं? पॉलिसीज़ जो है ये गाइडलाइंस होती हैं जो कि डिसीज़न मेकिंग में करने में हमें मदद करती हैं। लोअर लेवल ऑफ मैनेजमेंट जो है उन्होंने किस तरीके से काम करना है और ये जो पॉलिसी जो है ये टॉप लेवल के द्वारा बनाई जाती है, किसके लिए? लोअर लेवल ऑफ मैनेजमेंट के लिए बनाई जाती है। और जो पॉलिसीज़ जो है ये ऑब्जेक्टिव के ऊपर ही बेस की होती है कि जो भी ऑब्जेक्टिव जो बनाया जाता है ਉਹਦੇ बेस से ही ਜਿਹੜੀ ਹੈਗੀ ਹੈ ਪੋਲਿਸੀ ਸੀ ਬਣਦੀ ਹੈਗੀ ਹੈ। ਪੋਲਿਸੀ ਕੀ ਹੁੰਦੀ ਹੈ? ਪੋਲਿਸੀ ਜੋ ਇੱਕ ਗਾਈਡਲਾਈਨਸ ਹੁੰਦੀਆਂ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਜੋ ਹੈ ਡਿਸੀਜ਼ਨ ਲੈਣਾ ਹੈ, ਠੀਕ ਹੈ, ਉਹਦੇ ਰਿਗਾਰਡਿੰਗ ਜੋ ਹੈ ਪੋਲਿਸੀਜ਼ ਮੇਡ ਕੀਤੀ ਜਾਂਦੀ ਹੈ। ਐਂਡ ਪੋਲਿਸੀ ਜੋ ਹੈ ਲੋਅਰ ਲੈਵਲ ਆਫ ਮੈਨੇਜਮੈਂਟ ਵਾਸਤੇ ਮੇਡ ਕੀਤੀ ਜਾਂਦੀ ਹੈ ਐਂਡ ਇਹ ਜੋ ਹੈ ਟੌਪ ਲੈਵਲ ਦੇ ਦੁਆਰਾ ਮੇਡ ਕੀਤੀ ਜਾਂਦੀ ਹੈ। ਹੁਣ ਫੀਚਰ ਪੋਲਿਸੀਜ਼ ਦੇ ਕੀ? ਪੋਲਿਸੀ ਦੇ ਫੀਚਰ ਕੀ ਹੈ ਕਿ ਇਹ ਜੋ ਹੈ ऑब्जेक्टिव ਦੇ ਉੱਪਰ ਬੇਸਿਸ ਹੁੰਦੀ ਹੈ ਕਿ ਜੋ ਵੀ ਸਾਡਾ ऑब्जेक्टिव ਬਣਾਇਆ ਜਾਂਦਾ ਹੈ ਉਹਦੇ ਬੇਸਿਸ 'ਤੇ ਹੀ ਪੋਲਿਸੀ ਬਣਾਈ ਜਾਂਦੀ ਹੈ। ਐਂਡ ਪੋਲਿਸੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ਕਿ ਈਜ਼ੀਲੀ ਅੰਡਰਸਟੈਂਡ ਹੋਵੇ ਸਾਰਿਆਂ ਨੂੰ ਸਮਝ ਲੱਗ ਸਕੇ। ਐਂਡ ਇਹ ਜੋ ਹੈਗਾ ਹੈ ਕਿ ਏਰੀਆ ਆਫ ਆਪਰੇਸ਼ਨ ਕੀ ਕੰਮ ਕਰਨਾ ਹੈ, ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ, ਇਹਦੇ ਵਿੱਚ ਉਹ ਸਾਰੇ ਰੂਲਸ ਰੈਗੂਲੇਸ਼ਨਸ ਹੁੰਦੇ ਹੈ। ਐਂਡ ਪੋਲਿਸੀ ਜੋ ਹੈ ਇਹ ਸ਼ਾਰਟ ਐਂਡ ਰਿਟਨ ਫਾਰਮ ਦੇ ਵਿੱਚ ਹੁੰਦੀ ਹੈ ਐਂਡ ਫਲੈਕਸੀਬਲ ਹੁੰਦੀ ਹੈ। ਫਲੈਕਸੀਬਲ ਮਤਲਬ ਕਿ ਜੇ ਸਿਚੁਏਸ਼ਨ ਅਰਾਈਜ਼ ਹੋਵੇ, ਨੀਡ ਅਰਾਈਜ਼ ਹੋਵੇ ਤਾਂ ਆਪਾਂ ਇਹਨੂੰ ਚੇਂਜ ਵੀ ਕਰ ਸਕਦੇ ਹਾਂ ਐਜ਼ ਪਰ ਸਿਚੁਏਸ਼ਨ। ਐਂਡ ਰਿਲੇਟਿਡ ਟੂ ਰਿਸੋਰਸਿਸ ਕਿ ਜਿਹੜੇ ਵੀ ਰਿਸੋਰਸਿਸ ਹੈ, ਸਮਾਨ ਹੈਗੇ ਹੈ ਔਰਗਨਾਈਜੇਸ਼ਨ ਦੀਆਂ ਜਾਂ ਚੀਜ਼ਾਂ ਹੈਗੀਆਂ, ਸਾਧਨ ਹੈਗੇ ਹੈ, ਉਹਨਾਂ ਦੇ ਬੇਸਿਸ 'ਤੇ ਇਹ ਹੁੰਦੀ ਹੈ। ਐਂਡ ਪੋਲਿਸੀਜ਼ ਜੋ ਹੁੰਦੀ ਹੈ ਪ੍ਰੈਕਟੀਕਲ ਇਨ ਨੇਚਰ ਕਿ ਜੋ ਐਕਚੁਅਲ ਵਿੱਚ ਹੋ ਸਕਦਾ ਹੈ ਉਹਦੇ ਰਿਗਾਰਡਿੰਗ ਪੋਲਿਸੀ ਬਣਾਈ ਜਾਂਦੀ ਹੈ। ਐਂਡ ਪੋਲਿਸੀ ਜੋ ਹੈ ਕਮਿਊਨੀਕੇਟਿਡ ਮਤਲਬ ਦੱਸੀ ਵੀ ਜਾਂਦੀ, ਕਿਉਂਕਿ ਅਗਰ ਪੋਲਿਸੀ ਦੱਸੀ ਨਾ ਜਾਵੇ, ਇਹਨੂੰ ਇਨਫੋਰਮ ਹੀ ਨਾ ਕੀਤਾ ਜਾਵੇ ਵਰਕਰਸ ਨੂੰ, ਇੰਪਲੋਈਜ਼ ਨੂੰ, ਅਤੇ ਉਹ ਇਹ ਪੋਲਿਸੀ ਅਪਲਾਈ ਨਹੀਂ ਹੋ ਸਕਦੀ। ਇਸ ਕਰਕੇ ਇਹ ਕਮਿਊਨੀਕੇਟ ਵੀ ਕੀਤੀ ਜਾਂਦੀ ਹੈ। ਐਂਡ ਰਿਵੀਜ਼ਨ ਮਤਲਬ ਕਿ ਬਾਰ ਰਿਵਿਊ ਵੀ ਕੀਤੀ ਜਾਂਦੀ ਹੈ, ਜਿੱਥੇ ਲੋੜ ਪਵੇ ਪੋਲਿਸੀ ਚੇਂਜ ਵੀ ਕੀਤੀ ਜਾਂਦੀ ਹੈ। ਐਂਡ ਜਿਹੜੀ ਪੋਲਿਸੀ ਹੁੰਦੀ ਹੈ ਜਸਟ, ਫੇਅਰ ਐਂਡ ਇਕੁਇਟੇਬਲ ਟੂ ਆਲ ਹੁੰਦੀ ਹੈ। ਹੁਣ ਜ਼ਰੂਰਤ ਕੀ ਹੈ ਪੋਲਿਸੀ ਦੀ? ਪੋਲਿਸੀ ਬਣਨ ਦੇ ਨਾਲ ਸਾਡੇ ਔਬਜੈਕਟਿਵਸ ਅਚੀਵ ਹੋ ਜਾਂਦੇ ਹੈ, ਠੀਕ ਹੈ, ਕਿਉਂਕਿ ਜਦੋਂ ਪੋਲਿਸੀ ਬਣਨ ਦੇ ਨਾਲ ਔਬਜੈਕਟਿਵ ਕਿੱਦਾਂ ਅਚੀਵ ਹੁੰਦੇ ਕਿ ਜਦੋਂ ਪੋਲਿਸੀ ਬਣਾਈ ਜਾਂਦੀ ਹੈ ਅਤੇ ਪੋਲਿਸੀ ਨੂੰ ਪੂਰਾ ਪ੍ਰੋਪਰਲੀ ਫੋਲੋ ਕੀਤਾ ਜਾਂਦਾ, ਪੋਲਿਸੀ ਦੇ ਅਕੋਰਡਿੰਗ ਹੀ ਕੰਮ ਕੀਤਾ ਜਾਂਦਾ, ਜਿਹਦੇ ਨਾਲ ਸਾਡੇ ਔਬਜੈਕਟਿਵ ਅਚੀਵ ਹੋ ਜਾਂਦੇ, ਕਿਉਂਕਿ ਪੋਲਿਸੀ ਜੋ ਹੈ ਔਬਜੈਕਟਿਵ 'ਤੇ ਬੇਸ ਹੁੰਦੀ ਹੈ। ਐਂਡ ਇਹਦੇ ਨਾਲ ਐਵਰੀਬਡੀ ਕੈਨ ਨੋਜ਼ ਵਟ ਟੂ ਡੂ, ਹਾਊ ਟੂ ਡੂ, ਵੈਨ ਟੂ ਡੂ। ਉਹਨਾਂ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ, ਕਿੱਦਾਂ ਕਰਨਾ, ਕਿਸ ਤਰੀਕੇ ਦੇ ਨਾਲ ਕਰਨਾ ਹੈ, ਜਿਹਦੇ ਕਰਕੇ ਕਿ ਟਾਈਮ ਵੇਸਟ ਨਹੀਂ ਹੁੰਦਾ, ਜਿਹਦੇ ਕਰਕੇ ਟਾਈਮ ਸੇਵ ਹੁੰਦਾ ਹੈ ਔਰ ਐਫਰਟ ਵੀ ਸੇਵ ਹੁੰਦੇ ਹੈ ਔਰ ਜ਼ਿਆਦਾ ਅੱਛੇ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦੇ। ਡੈਲੀਗੇਸ਼ਨ ਆਫ ਅਥੋਰਿਟੀ, ਡੈਲੀਗੇਸ਼ਨ ਮਤਲਬ ਹੁੰਦਾ ਗਿਵਨ। ਹੁਣ ਮਤਲਬ ਕਿ ਇਹਦੇ ਨਾਲ ਕੀ ਹੈਗਾ ਹੈ ਕਿ ਇਹਦੇ ਨਾਲ ਟੋਪ ਲੈਵਲ ਵਾਲੇ ਅੱਗੇ ਜਿਹੜੇ ਹੈਗੇ ਆਪਣੀ ਅਥੋਰਿਟੀ ਕਿਸੇ ਪਰਸਨ ਨੂੰ ਦੇ ਵੀ ਸਕਦੇ, ਯਾਨੀ ਕਿ ਮੈਨੇਜਰ ਜੋ ਹੈ ਅੱਗੇ ਦੂਸਰੇ ਕਿਸੇ ਇੰਪਲੋਈ ਨੂੰ ਵੀ ਆਪਣੀ ਰਿਸਪੋਂਸੀਬਿਲਿਟੀ ਦੇ ਸਕਦਾ ਹੈ, ਆਪਣੀ ਪਾਵਰ ਦੇ ਸਕਦਾ। ਡਿਸੀਜ਼ਨ ਮੇਕਿੰਗ, ਹੁਣ ਇਹਦੇ ਨਾਲ ਕੀ ਹੈਗਾ ਹੈ ਕਿ ਡਿਸੀਜ਼ਨ ਲੈਣੇ ਵੀ ਜੋ ਈਜ਼ੀਲੀ ਹੋ ਜਾਂਦੇ ਹੈ, ਕਿਉਂਕਿ ਪਤਾ ਹੈ ਆਲਰੇਡੀ ਪਲਾਨਡ ਹੈ ਕੀ ਕਰਨਾ ਹੈ, ਅਤੇ ਫਿਰ ਉਹਦੇ ਰਿਗਾਰਡਿੰਗ ਡਿਸੀਜ਼ਨ ਵੀ ਜੋ ਹੈ ਬਹੁਤ ਅਰਲੀ ਐਂਡ ਬਹੁਤ ਜਲਦੀ ਦੇ ਨਾਲ ਜੋ ਡਿਸੀਜ਼ਨ ਲਿੱਤੇ ਜਾ ਸਕਦੇ ਹੈ। ਡਿਸੀਜ਼ਨ ਜੋ ਲਿੱਤੇ ਜਾਊਗੇ ਸਹੀ ਡਿਸੀਜ਼ਨ ਲਿੱਤੇ ਜਾਊਗੇ। ਐਂਡ ਕੋਆਰਡੀਨੇਸ਼ਨ, ਪੋਲਿਸੀ ਜਿਹੜੀ ਹੈਗੀ ਹੈ ਇਹ ਜਿਹੜੀ ਹੈਗੀ ਹੈ ਕੋਆਰਡੀਨੇਸ਼ਨ ਬ੍ਰਿੰਗ ਕਰਨ ਦੇ ਵਿੱਚ ਹੈਲਪ ਕਰਦੀ ਹੈ। ਇਹਦੇ ਨਾਲ ਜਿੰਨੇ ਵੀ ਜਿਹੜੇ ਇੰਪਲੋਈਜ਼ ਹੁੰਦੇ ਹੈ ਉਹ ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰਦੇ, ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਸ ਪੋਲਿਸੀ ਨੂੰ ਅਪਲਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਹੈ ਔਬਜੈਕਟਿਵ ਨੂੰ ਅਚੀਵ ਕਰਨਾ ਹੈ। ਐਂਡ ਮੋਰਲ ਬੂਸਟਰ ਕੀ ਹੈਗਾ ਹੈ ਕਿ ਇਹਦੇ ਨਾਲ ਜਿਹੜਾ ਮੋਰਲ ਜਿਹੜਾ ਹੈਗਾ ਉਹ ਹਾਈ ਹੋ ਜਾਂਦਾ, ਸਾਰੇ ਫਿਰ ਵਧੀਆ ਤਰੀਕੇ ਦੇ ਨਾਲ ਜੋ ਕੰਮ ਕਰਨਾ ਸ਼ੁਰੂ ਕਰਦੇ ਹੈ। ਅੱਗੇ ਕੀ ਹੈ? ਕੰਟਰੋਲ, ਕਿ ਪੋਲਿਸੀ ਜੋ ਹੈ ਸਾਡੇ ਜਿਹੜੇ ਐਕਸ਼ਨਸ ਹੈ ਉਹਨਾਂ ਨੂੰ ਕੰਟਰੋਲ ਕਰਦੀ ਹੈ, ਉਹਨਾਂ ਨੂੰ ਸਹੀ ਵੇ ਵਿੱਚ ਐਕਸ਼ਨਸ ਨੂੰ ਲੈ ਕੇ ਆਉਂਦੀ ਹੈ, ਜਿਹਦੇ ਨਾਲ ਸਾਡੇ ਔਬਜੈਕਟਿਵ ਅਚੀਵ ਹੁੰਦੇ ਹੈ। ਯੂਨੀਫਾਰਮਿਟੀ ਆਫ ਦਾ ਐਕਸ਼ਨ, ਪੋਲਿਸੀਜ਼ ਦੇ ਨਾਲ ਕੀ ਹੈਗਾ ਕਿ ਸਾਰੇ ਜੋ ਹੈ ਇਕੁਅਲ ਸੇਮ ਤਰੀਕੇ ਦਾ ਕੰਮ ਕਰਦੇ ਹੈ, ਜਿਹਦੇ ਨਾਲ ਜੋ ਹੈ ਵਰਕ ਦੇ ਵਿੱਚ ਜੋ ਹੈ ਡਿਫਰੈਂਸ਼ੀਏਸ਼ਨ ਨਹੀਂ ਰਹਿੰਦੀ, ਜਿਹਦੇ ਨਾਲ ਕਿ ਸਿਮਿਲਰ ਵਰਕ
ਹੁੰਦਾ ਔਰ ਵਧੀਆ ਕੰਮ ਹੁੰਦਾ। ਲਿਮਿਟੇਸ਼ਨਸ ਵੀ ਹੈਗੀਆਂ ਪੋਲਿਸੀਜ਼ ਦੀਆਂ। ਹੁਣ ਲਿਮਿਟੇਸ਼ਨ ਕੀ ਹੈ ਕਿ ਇਹ ਹਰ ਅਗਰ ਔਰਗਨਾਈਜੇਸ਼ਨ ਵਿੱਚ ਕੋਈ ਵੀ ਮਤਲਬ ਕਿ ਪ੍ਰੋਬਲਮ ਆਵੇ ਉਹਦਾ ਸੋਲਿਊਸ਼ਨ ਪੋਲਿਸੀ ਨਹੀਂ ਹੈ। ਇਸ ਕਰਕੇ ਪਰਮਾਨੈਂਟ ਸੋਲਿਊਸ਼ਨ ਜੋ ਹੈ ਆਲ ਪ੍ਰੋਬਲਮ ਦਾ ਇਹ ਪੋਲਿਸੀ ਪ੍ਰੋਵਾਈਡ ਨਹੀਂ ਕਰਦੀ। ਸੁਪਰੈਸ਼ਨ ਆਫ ਇਨੀਸ਼ੀਏਟਿਵ, ਸੁਪਰੈਸ਼ਨ ਮਤਲਬ ਹੁੰਦਾ ਡਿਸਕਰੇਜ ਕਰਨਾ, ਕਿ ਜਿਹੜਾ ਮਤਲਬ ਕਿ ਪੋਲਿਸੀ ਜਿਹੜੀ ਹੈ ਜਿਹੜੇ ਮੈਨੇਜਰ ਹੈ ਉਹਨਾਂ ਦੀ ਥਿੰਕਿੰਗ ਹੈ, ਉਹਨਾਂ ਦੀ ਸੋਚ ਹੈ, ਉਹਨੂੰ ਕੀ ਕਰ ਦਿੰਦੀ ਹੈ, ਖ਼ਤਮ ਕਰ ਦਿੰਦੀ ਹੈ। ਕਿਉਂਕਿ ਜੋ ਵੀ ਪੋਲਿਸੀਜ਼ ਮੇਡ ਕੀਤੀ ਜਾਂਦੀ ਹੈ ਟੋਪ ਲੈਵਲ ਦੇ ਦੁਆਰਾ ਉਹਦੇ ਅਕੋਰਡਿੰਗ ਹੀ ਵਰਕ ਕਰਨਾ ਹੁੰਦਾ, ਜਿਹਦੇ ਕਰਕੇ ਜਿਹੜੀ ਹੈਗੀ ਹੈ ਜਿਹੜੀ ਇਨੀਸ਼ੀਏਟਿਵ ਜਿਹੜਾ ਮੈਨੇਜਰਸ ਆ ਉਹ ਕੀ ਹੋ ਜਾਂਦਾ, ਡਿਸਕਰੇਜ ਹੋ ਜਾਂਦਾ, ਉਹ ਜਿਹੜਾ ਹੈਗਾ ਖ਼ਤਮ ਹੋ ਜਾਂਦਾ। ਫਿਰ ਨੋ ਰੀਪਲੇਸਮੈਂਟ ਆਫ ਹਿਊਮਨ ਜਜਮੈਂਟ। ਹੁਣ ਪੋਲਿਸੀਜ਼ ਜਿਹੜੀ ਹੈਗੀ ਹੈ ਇਹ ਸਕਸੈਸਫੁਲ ਨਹੀਂ ਹੈਗੀ, ਠੀਕ ਹੈ, ਜਿਹੜੀਆਂ ਆਲ ਪੋਲਿਸੀਜ਼ ਜਿਹੜੀਆਂ ਹੈਗੀਆਂ ਸਕਸੈਸਫੁਲ ਨਹੀਂ ਹੋ ਸਕਦੀਆਂ। ਮਤਲਬ ਕਿ ਕਿਉਂਕਿ ਹਰ ਇੱਕ ਪਰਸਨ ਦੀ ਜਿਹੜੀ ਥਿੰਕਿੰਗ ਲੈਵਲ ਹੈ ਉਹ ਅਲੱਗ ਅਲੱਗ ਹੈ, ਅਲੱਗ ਸੋਚਦੇ ਹੈ। ਇਸ ਕਰਕੇ ਜੇ ਕਹੀਏ ਕਿ ਪੋਲਿਸੀਜ਼ ਜੋ ਬਹੁਤ ਵਧੀਆ ਤਰੀਕਾ ਹੈਗਾ ਕੰਮ ਕਰਨ ਦਾ, ਅਤੇ ਉਹ ਸਹੀ ਨਹੀਂ ਹੈ, ਕਿਉਂਕਿ ਹਰ ਪਰਸਨ ਦੀ ਜਿਹੜੀ ਹੈਗੀ ਹੈ ਪੋਲਿਸੀ ਮੇਡ ਕਰਨ ਦੀ ਸੋਚ ਜੋ ਹੈ ਡਿਫਰੈਂਟ ਹੈ, ਜਿਹਦੇ ਕਰਕੇ ਸਕਸੈਸਫੁਲ ਨਹੀਂ ਹੋ ਸਕਦੀ। ਐਂਡ ਨੋਟ ਪ੍ਰੋਵਾਈਡ ਇਮੀਡੀਏਟ ਸੋਲਿਊਸ਼ਨ। ਕਈ ਵਾਰ ਇਹੋ ਜਿਹੀ ਐਮਰਜੈਂਸੀ ਅਰਾਈਜ਼ ਹੋ ਜਾਂਦੀ ਕਿ ਇਮੀਡੀਏਟਲੀ ਕੋਈ ਡਿਸੀਜ਼ਨ ਲੈਣ ਦੀ ਲੋੜ ਹੈ, ਬਟ ਪੋਲਿਸੀ ਜੋ ਹੈ ਇਮੀਡੀਏਟਲੀ ਸੋਲਿਊਸ਼ਨ ਵੀ ਪ੍ਰੋਵਾਈਡ ਨਹੀਂ ਕਰਦੀ। ਅੱਗੇ ਕੀ ਹੈ, ਟਾਈਪਸ ਆਫ ਪੋਲਿਸੀਜ਼। ਪੋਲਿਸੀਜ਼ ਕਿੰਨੀ ਤਰੀਕੇ ਦੀ ਹੈ? ਸਭ ਤੋਂ ਪਹਿਲਾਂ ਓਰੀਜੀਨੇਟਿਡ ਪੋਲਿਸੀ। ਓਰੀਜੀਨੇਟਿਡ ਪੋਲਿਸੀ ਮਤਲਬ ਜਿਹੜੀ ਟੋਪ ਮੈਨੇਜਮੈਂਟ ਦੇ ਦੁਆਰਾ ਬਣਾਈ ਜਾ ਰਹੀ ਹੈ, ਐਂਡ ਇਹਦੇ ਵਿੱਚ ਈਚ ਪਾਰਟ, ਈਚ ਵਰਕ ਜੋ ਹੈਗਾ ਹੈ ਇਨਕਲੂਡਡ ਹੈਗਾ ਹੈ, ਐਂਡ ਇਹ ਆਊਟਲਾਈਨ ਪ੍ਰੋਵਾਈਡ ਕਰਦੀ ਹੈ ਐਂਡ ਜਨਰਲ ਗਾਈਡਲਾਈਨ ਪ੍ਰੋਵਾਈਡ ਕਰਦੀ ਹੈ। ਇਹਨੂੰ ਕਹਿੰਦੇ ਆ ਓਰੀਜੀਨੇਟ ਪੋਲਿਸੀਜ਼। ਅੱਗੇ ਕੀ ਹੈ, ਅਪੀਲਡ ਪੋਲਿਸੀ। ਅਪੀਲ ਪੋਲਿਸੀ ਜਿਹੜੀ ਹੈਗੀ ਹੈ ਜਿਹੜੀ ਸਬੋਰਡੀਨੇਟ ਕਿਹਾ ਜਾਂਦਾ ਹੈ ਕਿ ਇਹ ਕੰਮ ਕਰ ਦਿਓ, ਉਹਨਾਂ ਦੀ ਅਪੀਲ ਅਤੇ ਉਹਨਾਂ ਦੀ ਰਿਕੁਐਸਟ 'ਤੇ ਜਿਹੜੀ ਪੋਲਿਸੀ ਬਣਾਈ ਜਾਂਦੀ ਉਹਨੂੰ ਕਹਿੰਦੇ ਅਪੀਲਡ ਪੋਲਿਸੀ। ਫੋਰ ਐਗਜ਼ਾਮਪਲ ਜਿੱਦਾਂ ਟਾਈਮਿੰਗ ਲੈ ਲਓ ਕਿ ਬਿਜ਼ਨਸ ਦੀ ਟਾਈਮਿੰਗ ਜਿਹੜੀ ਹੈਗੀ ਹੈ ਮਤਲਬ ਕਿ 9 ਵਜੇ ਰੱਖੀ ਜਾਂਦੀ ਹੈ, ਐਂਡ ਵਰਕਰ ਨੂੰ ਮੋਸਟ ਆਫ ਦਾ ਵਰਕਰ ਨੂੰ ਉਸ ਟਾਈਮਿੰਗ 'ਤੇ ਆਉਣ ਵਾਸਤੇ ਪ੍ਰੋਬਲਮ ਹੋ ਰਹੀ ਹੈ, ਅਤੇ ਵਰਕਰ ਅਪੀਲ ਕਰਦੇ ਹੈ ਕਿ 9:30 ਦਾ ਟਾਈਮ ਰੱਖ ਦਿੱਤਾ ਜਾਵੇ। ਐਂਡ ਉਹਨਾਂ ਸਾਰਿਆਂ ਦੀ ਯੂਨਿਟੀ ਨੂੰ ਦੇਖਦੇ ਹੋਏ ਐਂਡ ਉਹਨਾਂ ਦੀ ਗੱਲ ਨੂੰ ਸੁਣਦੇ ਹੋਏ, ਉਹਨਾਂ ਨੂੰ ਮੰਨਦੇ ਹੋਏ, ਅਗਰ ਜਿਹੜਾ ਹੈਗਾ ਹੈ ਵਾਕਈ ਜਿਹੜੀ ਔਰਗਨਾਈਜੇਸ਼ਨ ਦਾ ਸਟਾਰਟਿੰਗ ਟਾਈਮ 9:30 ਰੱਖ ਦਿੱਤਾ ਜਾਂਦਾ ਹੈ, ਅਤੇ ਇਹ ਕੀ ਹੈ, ਅਪੀਲਡ ਪੋਲਿਸੀ। ਕਿ ਮਤਲਬ ਕਿ ਐਕਚੁਅਲੀ ਟਾਈਮਿੰਗਸ ਜਿਹੜੀਆਂ ਹੈਗੀਆਂ 9 to 5 ਹੈ, ਬਟ ਸਿਰਫ ਜਿਹੜੇ ਵਰਕਰ ਹੈ, ਇੰਪਲੋਈਜ਼ ਹੈ, ਉਹਨਾਂ ਦੇ ਕੰਫਰਟ ਨੂੰ ਦੇਖਦੇ ਹੋਏ 9:30 ਕੀਤੇ ਗਏ ਹੈ। ਅਤੇ ਇਹ ਜੋ ਹੈ ਕਿਉਂ ਕੀਤੇ ਗਏ, ਕਿਉਂਕਿ ਇਹ ਅਪੀਲਡ ਪੋਲਿਸੀ ਉਹਨਾਂ ਦੀ ਰਿਕੁਐਸਟ 'ਤੇ ਕੀਤੇ ਗਏ ਹੈ। ਇੰਪੋਜ਼ ਪੋਲਿਸੀ। ਇੰਪੋਜ਼ ਪੋਲਿਸੀ ਜਿਹੜੀ ਹੈਗੀ ਹੈ ਜਿਹੜੀ ਕਿ ਕਿਸੇ ਐਕਸਟਰਨਲ ਫੈਕਟਰ ਦੇ ਦੁਆਰਾ ਜਿਹੜੀ ਪੋਲਿਸੀ ਮਤਲਬ ਕਿ ਉਹਦੇ ਇਨਫਲੂਐਂਸ ਹੋ ਕੇ ਜਦੋਂ ਪੋਲਿਸੀ ਬਣਾਈ ਜਾ ਰਹੀ ਹੈ ਉਹਨੂੰ ਕਹਿ ਰਹੇ ਹਾਂ ਆਪਾਂ ਇੰਪੋਜ਼ ਪੋਲਿਸੀ। ਜਿੱਦਾਂ ਹੁਣ ਗੌਰਮੈਂਟ ਟਰੇਡਰ ETC। ਹੁਣ ਗੌਰਮੈਂਟ ਨੇ ਜੋ ਬਣਾਇਆ ਹੈ ਕਿ 12% ਤੋਂ ਜ਼ਿਆਦਾ ਡਿਵੀਡੈਂਡ ਨਹੀਂ ਦੇਣਾ, ਅਤੇ ਮਤਲਬ ਕਿ ਫਿਰ ਜਿਹੜਾ ਬਿਜ਼ਨਸਮੈਨ ਵੀ ਹੈ ਉਹਨੂੰ ਦੇਖਦੇ ਹੋਏ 11% ਡਿਵੀਡੈਂਡ ਦੇ ਰਹੇ ਹੈ। ਅਤੇ ਯਾਨੀ ਕਿ ਦੇਖੋ ਦੇ ਰਹੇ ਹੋ ਕਿੰਨੇ, ਮੈਕਸੀਮਮ ਹੀ ਦੇ ਰਹੇ ਹੈ, ਬਟ ਮਤਲਬ ਕਿ ਕਿਹਨੂੰ ਦੇਖਦੇ ਹੋਏ, ਗੌਰਮੈਂਟ ਦੀ ਪੋਲਿਸੀ ਨੂੰ ਦੇਖਦੇ ਹੋਏ। ਹੋ ਸਕਦਾ ਸੀਗਾ ਗੌਰਮੈਂਟ ਦੀ ਪੋਲਿਸੀ ਨਾ ਹੁੰਦੀ ਉਹ 14% ਡਿਵੀਡੈਂਡ ਦੇਣ, ਬਟ ਇੱਥੇ ਕੀ ਹੈ, ਇੰਪੋਜ਼ ਪੋਲਿਸੀ ਹੈ ਕਿ ਜਿਹੜੇ ਬਾਹਰਲੇ ਸਪੈਕਟਰ ਹੈ ਉਹਨਾਂ ਦੇ ਰੂਲਸ ਨੂੰ, ਉਹਨਾਂ ਦੇ ਰੈਗੂਲੇਸ਼ਨਸ ਨੂੰ ਦੇਖਦੇ ਹੋਏ ਜਿਹੜੀ ਹੈਗੀ ਪੋਲਿਸੀ ਫਾਰਮ ਕਰਨਾ, ਡੈਟ ਇਜ਼ ਅ ਇੰਪੋਜ਼ ਪੋਲਿਸੀਜ਼। ਰਿਟਨ ਪੋਲਿਸੀਜ਼ ਜੋ ਰਿਟਨ ਫਾਰਮ ਵਿੱਚ ਹੁੰਦੀ ਹੈ ਐਂਡ ਪਰਮਾਨੈਂਟ ਰਿਕਾਰਡ ਹੁੰਦੀ ਹੈ ਔਰਗਨਾਈਜੇਸ਼ਨ ਦੇ ਵਿੱਚ, ਠੀਕ ਹੈ, ਉਹਨੂੰ ਮਤਲਬ ਕੀ ਕਹਿੰਦੇ ਹੈ, ਰਿਟਨ ਪੋਲਿਸੀ। ਐਂਡ ਇਹਨੂੰ ਜੋ ਹੈ ਐਕਸਪਲੀਟ ਪੋਲਿਸੀ ਵੀ ਕਹਿੰਦੇ ਹੈ। ਅੱਗੇ ਹੈਗਾ ਹੈ ਅਨਸਟੇਟਡ ਔਰ ਇੰਪਲਾਈਡ ਪੋਲਿਸੀ। ਅਨਸਟੇਟਡ ਔਰ ਇੰਪਲਾਈਜ਼ ਪੋਲਿਸੀ ਕੀ ਹੈ ਕਿ ਜਿਹੜਾ ਮਤਲਬ ਕਿ ਬੋਲ ਕੇ ਕਲੀਅਰਲੀ ਦੱਸਿਆ ਨਹੀਂ ਗਿਆ, ਬਟ ਫਿਰ ਵੀ ਮਤਲਬ ਕਿ ਜਿਹੜਾ ਪਰਸਨਸ ਹੈਗੇ ਆ ਹਾਈਅਰ ਲੈਵਲ ਉਹਨਾਂ ਦੀ ਮਤਲਬ ਕਿ ਹਰਕਤਾਂ ਤੋਂ, ਉਹਨਾਂ ਦੇ ਕੰਮਕਾਰ ਤੋਂ ਹੀ ਪਤਾ ਚੱਲ ਰਿਹਾ ਕਿ ਪੋਲਿਸੀ ਹੈ। ਫੋਰ ਐਗਜ਼ਾਮਪਲ ਜਿਹੜਾ ਬਿਜ਼ਨਸ ਹੈਗਾ ਉਹਦੇ ਵਿੱਚ ਇਹ ਆਲਰੇਡੀ ਹੀ ਇੰਪਲਾਈਡ ਹੈ, ਆਲਰੇਡੀ ਹੀ ਪਤਾ ਹੈ ਕਿ ਗੁਡਸ ਬਣਾਉਣ ਲੱਗੇ ਗੁਡਸ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ, ਘਟੀਆ ਨਹੀਂ ਹੋਣੀ ਚਾਹੀਦੀ। ਇਹ ਕਿਸੇ ਨੂੰ ਬੋਲ ਕੇ ਨਹੀਂ ਦੱਸਣਾ ਪਏਗਾ ਕਿ ਗੁੜ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ, ਕਿਉਂਕਿ ਅਗਰ ਤੁਹਾਨੂੰ ਆਰਡਰ ਮਿਲਿਆ ਪ੍ਰੋਡਕਸ਼ਨ ਦਾ, ਅਤੇ ਇਹ ਜੋ ਹੈਗਾ ਆਲਰੇਡੀ ਅੰਡਰਸਟੂਡ ਹੈਗਾ ਹੈ ਕਿ ਉਹਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ, ਡੈਟ ਇਜ਼ ਅ ਇੰਪਲੋਇਡ ਪੋਲਿਸੀਜ਼। ਹੁਣ ਇਹ ਸੀਗਾ ਪੋਲਿਸੀਜ਼। ਅੱਗੇ ਜਿਹੜਾ ਹੁਣ ਸਟੈਂਡਿੰਗ ਪਲਾਨਸ ਜਿਹੜਾ ਹੈਗਾ ਉਹ ਹੈਗਾ ਪ੍ਰੋਸੀਜਰ। ਫਸਟ ਆਫ ਆਲ ਆਪਾਂ ਡਿਸਕਸ ਕੀਤਾ ਆਬਜੈਕਟਿਵ, ਠੀਕ ਹੈ, ਫਿਰ ਡਿਸਕਸ ਕੀਤਾ ਪੋਲਿਸੀਜ਼। ਹੁਣ ਥਰਡ ਹੈ ਪ੍ਰੋਸੀਜਰ। ਪ੍ਰੋਸੀਜਰ ਜਿਹੜਾ ਹੈਗਾ ਹੈ ਇਹਦੇ ਵਿੱਚ ਕੁਝ ਸਪੈਸੀਫਿਕ ਐਕਟੀਵਿਟੀਜ਼ ਜਿਹੜੀਆਂ ਇਨਵੋਲਵਡ ਹੁੰਦੀਆਂ ਹੈ ਕੋਈ ਪਰਟੀਕੂਲਰ ਕੰਮ ਕਰਨ ਵਾਸਤੇ। ਪ੍ਰੋਸੀਜਰ ਮਤਲਬ ਪਾਥ ਔਰ ਵੇਜ਼, ਜਿਹਦੇ ਅਕੋਰਡਿੰਗ ਜਿਹੜਾ ਉਹ ਕੰਮ ਜੋ ਹੈ ਕੀਤਾ ਜਾਏਗਾ, ਜਾਂ ਆਪਾਂ ਕਹਿ ਸਕਦੇ ਹਾਂ ਸਟੈਪਸ, ਕਿ ਕੰਮ ਕਰਨ ਦਾ ਸਟੈਪ। ਜਿੱਦਾਂ ਫੋਰ ਐਗਜ਼ਾਮਪਲ ਕਲੋਥ ਪ੍ਰੋਡਿਊਸ ਕਰਨਾ ਹੈ,
ठीक है। तो हुण ਉਹਦੇ ਆ ਪ੍ਰੋਸੀਜਰ ਕੀ ਹੈ ਕਿ ਪਹਿਲਾਂ ਰॉ ਮਟੀਰੀਅਲ ਲੈ ਕੇ ਆਓ, ਫਿਰ ਰॉ ਮਟੀਰੀਅਲ ਮਸ਼ੀਨ 'ਚ ਪਾਓ, ਥਰੈਡਿੰਗ ਕਰੋ, ਫਿਰ ਥਰੈਡ ਬਣ ਜਾਏਗਾ, ਫਿਰ ਉਹਦੇ ਤੋਂ ਜਿਹੜਾ ਹੈਗਾ ਕਲੋਥ ਬਣਾਓ, ਕਲੋਥ ਬਣਾ ਕੇ ਪ੍ਰਿੰਟਿੰਗ ਕਰੋ, ਕਲਰਿੰਗ ਕਰੋ, ਪ੍ਰਿੰਟਿੰਗ ਕਰੋ, ਠੀਕ ਹੈ। ਫਿਰ ਜਾ ਕੇ ਕਿੱਥੇ ਉਹਦੀ ਪੈਕਿੰਗ ਹੋਏਗੀ। ਵਟ ਇਜ਼ दिस सीक्वेंस इज़ अ प्रोसीजर। इस सीक्वेंस को की किया जाएगा, प्रोसीजर किया जाएगा, ठीक है। कि किसी मतलब कि किसी पर्टिकुलर काम करन वास्ते ਜਿਹੜੇ ਸਟੈਪਸ ਇਨਵੋਲਵਡ ਹੈਗੇ ਹੈ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਪ੍ਰੋਸੀਜਰ। ਜਾਂ ਫਿਰ ਮਤਲਬ ਕਿ ਕੋਈ ਪਾਥ ਜਾਂ ਕੋਈ ਵੇ ਜਿਹਦੇ ਨਾਲ ਕੋਈ ਪਰਟੀਕੂਲਰ ਕੰਮ ਕੀਤਾ ਜਾ ਰਿਹਾ ਹੈ, ਉਹਨੂੰ ਕਹਿੰਦੇ ਹੈ ਪ੍ਰੋਸੀਜਰ। ਹੁਣ ਅੱਗੇ ਫੀਚਰ ਕੀ ਪ੍ਰੋਸੀਜਰ ਦੇ? ਕੰਸਿਸਟੈਂਸੀ मतलब ਕੰਟੀਨਿਊਸਲੀ, ठीक है। कंसिस्टेंसी मतलब कॉन्स्टिट्यूंसी। प्रोसीजर जोड़े हैगे है ऑब्जेक्टिव के नाल रिलेटिड होंगे है, एंड ये जोड़े हैगे है ऑर्गेनाइजेशन गोल नू अचीव करते हैं, एंड ये लगातार जोड़े हैगे है सेम रहते हैं, ये चेंज जो है प्रोसीजर नहीं होंदा। एंड बेसिस प्रोसीजर का मेन बेसिस की है कि इमेजिनेशन बेसिस से नहीं किया जाता, ये जिहड़ी चीज़ सही है, जिहड़ी चीज़ सुटेबल है, उन्हां बेसिस से किया जाता है, यानी कि लॉजिकल बेसिस से जिहड़ा हैगा है असी जिहड़ा हैगा है प्रोसीजर मेक करांगे। स्टेबिलिटी एंड फ्लैक्सीबिलिटी, हुण मतलब कि इहदे विच जो स्टेबिलिटी एंड फ्लैक्सीबिलिटी दोनों विच बैलेंस होना चाहिए। ये नहीं कि साडा प्रोसीजर बहुत स्टेबल होवे, ठीक है, कि जो बना दिता उही चले, या ये भी नहीं कि बहुत फ्लैक्सीबल होवे जदों चाहे चेंज कर लो, इदां नहीं। एज पर सिचुएशन के अकॉर्डिंग इहदे विच बैलेंस होना चाहिए स्टेबिलिटी तो फ्लैक्सीबिलिटी के विच। जो प्रोसीजर काम करने का प्रोसीजर है वो स्टेबिलिटी विच, उन्होंने चेंज करने के जोड़ा है बैलेंस करना चाहिए, ना तो वो हमेशा हर सिचुएशन सेम चले, ना तो हर सिचुएशन तो उन्होंने बदलिया चले, इदा नहीं है। एंड रिव्यू प्रोसीजर की है रेगूलर जो है इनू रिव्यू कर देना चाहिए ताकि चेंजिंग सिचुएशन के अकॉर्डिंग आप इनू चेंज कर सकीए। एंड मिनीमम नंबर प्रोसीजर जोड़ा है ये जोड़े है सीक्वेंस स्टैप्स जोड़े है बहुत ज़्यादा प्रोसीजर्स नहीं होने चाहिए, क्योंकि जो बहुत ज़्यादा प्रोसीजर किसी काम करने दे दोगे तो जिहदे नाल की कन्फ्यूजन अराइज हो जाएगी कि किस तरीके नाल काम किया जाए। इस करके प्रोसीजर जो है ये घट तो घट होने चाहिए है, ये स्टैप घट तो घट होने चाहिए ताकि जोड़ा वर्कर की कन्फ्यूजन जी खत्म हो जाए। सीक्वेंस ऑफ परफॉर्मेंस जोड़ा प्रोसीजर जोड़ा है ये जी हैगी है एक क्लीयर सीरियल ऑर्डर विच हुंदा है, ठीक है, ताकि काम प्रॉपरली हो सके। जिदा फॉर एग्जाम्पल क्लोथ बनाना है, क्लोथ बनाने सब तो पहला की है रॉ मटीरियल सानू की चाहिए है, कॉटन चाहिए है, ठीक है। कॉटन तो बाद फिर सानू की चाहिए है, कॉटन मिलन तो बाद असी उतों थ्रैड बनावांगे, थ्रैड बनन तो बाद फिर असी उहदे चों क्लोथ बनावांगे, क्लोथ तो बाद कलरिंग करांगे, कलरिंग तो बाद असी उहदे च प्रिंटिंग करांगे, ठीक है। दिस आर द सीक्वेंस ऑफ द परफॉर्मेंस की क्लीयर जो होना चाहिए, पहला की करना फिर की करना फिर की करना, पूरा क्लीयर होना चाहिए। एडवांटेज की प्रोसीजर के नाल इहदे नाल कंसिस्टेंसी आती है कि लगातार जोड़ा है काम होंदा तो किद्दां दा होंदा, यूनीफॉर्मिटी सेम जो है काम होंदा है, कॉन्टीन्यूसली होंदा है, ठीक है, कॉन्टीन्यूसली काम होंदा है तो सेम तरीके का काम होंदा है। एंड जोड़ा प्रोसीजर की करती है ये रिस्पोंसिबिलिटी फिक्स कर देंदी है कि किस परसन ने की काम करना है, रिस्पोंसिबिलिटी ये फिक्स हो जाती है जिहदे नाल काम वधिया तरीके नाल हुंदा है। एंड इहदे नाल की हुंदा फैसिलिटेट कोआर्डीनेशन, सारे मिल जुल के जो है काम करते हैं ऑब्जेक्टिव अचीव करने वास्ते। एंड इहदे नाल जिहड़ा है टास्क जिहड़ा काम जिहड़ा है वो भी ईजी हो जाता है तो वधिया तरीके दे नाल काम जो है परफॉर्म किया जाता है। अगे है डिसएडवांटेज ऑफ प्रोसीजर। प्रोसीजर के डिसएडवांटेज की रिजिडिटी कि मतलब कि बोरियत जी फील करवा देता है कि सेम तरीके का काम बार बार करना जाना, एंड ये स्पॉयल कर देता है, मतलब कि खत्म कर देता है इनिशिएटिव्स जोड़े काम करने की क्षमता होगी है, सोचने की क्षमता है, थिंकिंग की क्षमता उन्होंने खत्म कर देता है। एंड अगर ये रेगूलर बार बार चेंज किया जाए तो वर्कर के जोड़े है माइंड में ये कन्फ्यूजन भी अराइज कर देता है कि काम जो है किस तरीके दे नाल करना है। अगे जोड़ा फोर्थ है स्टैंडिंग प्लान्स वो है रूल्स। रूल्स मतलब कि है कि ये एक्शन प्रिस्क्राइब करता है
ਐਂਡ ਇਹ ਰੂਟੀਨ ਵਰਕਿੰਗ ਜਿਹੜੇ ਆਰਗੇਨਾਈਜੇਸ਼ਨ ਹੈ ਉੱਥੇ ਯੂਜ਼ ਕੀਤਾ ਜਾਂਦਾ ਹੈ। ਐਂਡ ਇਹ ਤਾਂ ਬਣਾਏ ਜਾਂਦੇ ਤਾਂ ਕਿ ਜਿਹੜੀ ਫਰੀਕੁਐਂਟਲੀ ਜਿਹੜੀ ਕੋਈ ਰੈਫਰੈਂਸ ਜਿਹੜੀ ਕਰਨੀ ਪੈਂਦੀ ਹੈ ਸੁਪੀਰੀਅਰ ਤੋਂ ਉਹਦੀ ਲੋੜ ਨਾ ਪਵੇ। ਠੀਕ ਹੈ, ਰੂਟੀਨ ਮੈਟਰ ਵਾਸਤੇ ਅਗਰ ਕੋਈ ਕੰਮ ਕਰਨੇ ਹੈ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਬਾਰ-ਬਾਰ ਜਿਹੜਾ ਹੈਗਾ ਸੁਪੀਰੀਅਰ ਕੋਲ ਨਾ ਜਾਣਾ ਪਵੇ। ਐਂਡ ਇਹ ਇਨਫਲੈਕਸੀਬਲ ਇਨ ਨੇਚਰ ਹੁੰਦੇ ਹੈ, ਯਾਨੀ ਕਿ ਇਹ ਚੇਂਜ ਨਹੀਂ ਕੀਤੇ ਜਾਂਦੇ, ਜੋ ਬਣ ਗਿਆ ਸੋ ਬਣ ਗਿਆ। ਫੋਰ ਐਗਜ਼ਾਮਪਲ ਅਗਰ ਕਿਸੇ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਜਗ੍ਹਾ ਪਈ ਹੈ ਔਰ ਉੱਤੇ ਲੱਗਾ ਹੋਇਆ ਨੋ ਪਾਰਕਿੰਗ, ਦਿਸ ਇਜ਼ ਅ रूल, ये कोई प्रोसीजर नहीं है, ये रूल है कि उत्ते पार्क नहीं करना ते नहीं करना। ठीक है, यानी कि रूल की हैगा, रूल इनफ्लैक्सीबल है एंड इस करके मेड किया जाता हैगा ताकि रूटीन वर्किंग जिहड़ी ऑर्गेनाइजेशन दी ना खराब होवे और बार बार फ्रीकुएंटली जिहड़ा हैगा बॉस कोल या सुपीरियर नूं तंग ना किया जाए। मैथड्स की हैगा, मैथड जस्ट लाइक अ प्रोसीजर, ਇਹਦੇ ਵਿੱਚ ਕੀ ਹੁੰਦਾ ਹੈ ਸਪੈਸੀਫਿਕ ਤਰੀਕਾ ਹੁੰਦਾ ਕਿਸੇ ਕੰਮ ਨੂੰ ਕਰਨ ਦਾ, ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਮੈਥਡ। ਐਂਡ ਇਹਦੇ ਵਿੱਚ ਪ੍ਰੋਪਰ ਤਰੀਕਾ ਹੁੰਦਾ ਹੈ, ਪ੍ਰੋਪਰ ਸਟੈਪਸ ਹੁੰਦੇ ਕਿਸੇ ਕੰਮ ਨੂੰ ਕਰਨ ਦਾ। ਠੀਕ ਹੈ, ਦਿਸ ਇਜ਼ ਅ ਮੈਥਡ। ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਦਿਸ ਵੀਡੀਓ।